अस्सलामुअलैकुम वरहमतुल्लाहि वबरकातुहू। अल्लाह सोहना अजीम तरीन ते मुकद्दस तरीन दे बाबरकत नां तो जिहड़ा शहनशाह दा शहनशाह ते बादशाह दा बादशाह किन्ना लफ्ज़ां ते नां तो उस परवरदिगार दी तारीफ करां जिहड़ा ना मंगदियां भी ताक करदा है ते जिस सोने परवरदिगार दे कोलों मंग लईए ते बेहिसाब दिंदा है। अव्वल हम खुदा दा विरद कीजिए, इश्क कीता सो जगदा मोल मियाँ, पहले आप है रब ने इश्क कीता ते माशूक है नबी रसूल मियाँ। लो जी हसदे वसदे वेले पंजाब रंग दे सत बिस्मिल्लाह जियां आखदे पे ते पर अज आरफा तू परेशान सर भाई बस की दसा जेड़े हिस्सियां दे रोले ते जमीनां दे मैं तो उन्हां गल्लां तो बड़ी परेशान क्यों खैर है की होया गल होई है किते पिंड हाँ बस गवांढियां दी गल अच्छा खैर अमन ही रहा बस रोले जेड़े अजकल दे हुंदे ने मैं अपनी परेशानी च भुल गई आया है कौन बैठे ने अज मौजूद ने अली खलील गुज्जर साहब ते सत बिस्मिल्लाह जी आखदे पे ते ये वकील भी ने ना मतलब है मेरा मसला है तो हल हो जाना क्यों जी साडा की मसला हल विरासत दे बारे ते की आंदे हो बाप ਦੀ इंतकाल ਤੋਂ ਬਾਅਦ ਪਿੱਛੇ ਉਹ ਜਿੰਨਾ ਵੀ ਤਰਕਾ ਛੱਡ ਕੇ ਜਾਂਦਾ ਹੈ ਚਾਹੇ ਉਹ ਹਿੱਸਾ ਛੱਡ ਕੇ ਜਾਂਦਾ ਹਿੱਸਾ ਛੱਡ ਕੇ ਜਾਂਦਾ ਹੈ ਚਾਹੇ ਉਹ ਜ਼ਮੀਨਾਂ ਦੀ ਸੂਰਤ 'ਚ ਹੈ ਚਾਹੇ ਕੋਈ ਦੁਕਾਨਾਂ ਦੀ ਸੂਰਤ 'ਚ ਪਲਾਜ਼ਾ ਜਾਂ ਕੋਈ ਕੈਸ਼ ਹੈ ਜ਼ੇਵਰ ਵੀ ਜ਼ੇਵਰਾਤ ਵੀ ਠੀਕ ਹੈ ਉਹ तमाम ਤਰਕਾ ਜਿਹੜਾ ਛੱਡ ਕੇ ਗਿਆ ਉਹ ਇੱਕ ਖਾਸ ਨਿਸਾਬ ਦੇ ਨਾਲ ਔਲਾਦ ਦੇ ਵਿੱਚ ਤਕਸੀਮ ਹੋ ਜਾਏਗਾ ਉਸ ਉਹ ਜਿਹੜਾ ਤਰਕਾ ਰਹਿ ਗਿਆ ਉਹਨੂੰ ਅਸੀਂ ਵਿਰਾਸਤ ਕਹਿੰਦੇ ਹਾਂ ਠੀਕ ਹੈ ਕੋਈ ਜਿਹੜੀਆਂ ਭੈਣਾਂ ਹੁੰਦੀਆਂ ਨੇ ਉਹਨਾਂ ਨੂੰ ਘੱਟ ਹਿੱਸਾ ਕਿਉਂ ਮਿਲਦਾ ਤੇ ਭਰਾਵਾਂ ਨੂੰ ਹਿੱਸਾ ਜ਼ਿਆਦਾ ਕਿਉਂ ਮਿਲਦਾ ਅੱਛਾ ਜਿਹੜਾ ਵਿਰਾਸਤ ਦੇ ਵਿੱਚ ਨਿਸਾਬ ਹੈ ਨਾ ਜੀ ਉਹ ਪਹਿਲੇ ਤੋਂ ਕੁਰਾਨ ਪਾਕ ਨੂੰ ਸੂਰਤ ਨਿਸਾਬ 'ਚ ਕਲੀਅਰ ਕਰ ਦਿੱਤਾ ਬੇਸ਼ੱਕ ਫਿਰ ਉਸ ਤੋਂ ਬਾਅਦ ਸਾਡੇ ਕਾਨੂੰਨ ਨੇ ਡਿਫਾਈਨ ਕਰ ਦਿੱਤਾ ਇਹਦੇ ਬਾਰੇ ਵਿਰਾਸਤ ਦਾ ਤੇ ਅਸੂਲ ਹੈਗਾ ਕਿ ਬੇਟੇ ਨੂੰ ਬੇਟੀ ਦਾ ਦੁੱਗਣਾ ਮਿਲੇਗਾ ਠੀਕ ਹੈ ਤੇ ਮੈਂ ਕੁਰਬਾਨ ਜਾਵਾਂ ਰੱਬ ਸੁਨੇ ਤੋਂ ਉਹਨੇ ਪਹਿਲੇ ਬੇਟੀ ਦਾ ਹਿੱਸਾ ਡਿਫਾਈਨ ਕੀਤਾ ਉਹਨੇ ਕਿਹਾ ਕਿ ਬੇਟੇ ਨੂੰ ਬੇਟੀ ਦਾ ਦੁੱਗਣਾ ਮਿਲੇਗਾ ਇਹਨੇ ਅੱਲਾਹ ਤਾਲਾ ਨੇ ਪਹਿਲੇ ਦੱਸਿਆ ਕਿ ਬੇਟੀ ਨੂੰ ਮਿਲੇਗਾ ਫਿਰ ਦੱਸਿਆ ਕਿ ਬੇਟੇ ਨੂੰ ਬੇਟੀ ਦਾ ਦੁੱਗਣਾ ਮਿਲੇਗਾ ਪਰ ਲੜਕੀ ਸ਼ਾਦੀ ਤੋਂ ਪਹਿਲਾਂ ਵੀ ਹਿੱਸਾ ਲੈ ਸਕਦੀ ਸ਼ਾਦੀ ਤੋਂ ਬਾਅਦ ਦੇਖੋ ਕਿ ਨਾ ਤੇ ਸਾਡੇ ਇਸਲਾਮ ਦੇ ਵਿੱਚ ਨਾ ਕਾਨੂੰਨ ਦੇ ਵਿੱਚ ਐਸਾ ਹੈ ਕਿ ਉਹਦੇ ਉੱਤੇ ਪਾਬੰਦੀ ਹੈ ਕਿ ਪਹਿਲੇ ਨਹੀਂ ਲੈ ਸਕਦੀ ਹੈ ਬਾਅਦ ਚ ਲੈ ਸਕਦੀ ਹੈ ਉਹਦਾ ਹੱਕਦਾਰ ਹੈ ਉਹ ਜਿਵੇਂ ਬੇਟਾ ਕਿਸੇ ਵੀ ਟਾਈਮ ਲੈ ਸਕਦਾ ਸਾਡੀ ਜਿਹੜੀ ਧੀ ਉਹ ਵੀ ਕਿਸੇ ਟਾਈਮ ਵੀ ਲੈ ਸਕਦੀ ਤੇ ਮਤਲਬ ਆਪਣੀ ਮਰਜ਼ੀ ਨਾਲ ਆਪਣੇ ਭਰਾ ਨੂੰ ਦੇ ਵੀ ਸਕਦੀ ਹੈ ਹਾਂਜੀ ਦੇ ਸਕਦੀ ਹੈ ਲੇਕਿਨ ਇਹਦੇ ਵਿੱਚ ਜਿਹਦੇ ਮੈਂ ਬੜਾ ਛੋੜ ਜਿਹਾ ਜਵਾਬ ਦਿਉਂ ਤਾਂ ਹੈ ਕਿ ਦੇ ਸਕਦੀ ਹੈ ਲੇਕਿਨ ਇੱਥੇ ਮੈਂ ਗੱਲ ਜ਼ਰੂਰ ਕਰਾਂਗਾ ਜੀ ਆਮ ਤੌਰ ਤੇ ਜਿਹੜੀ ਸਾਡੀ ਇੱਥੇ ਭੈਣਾਂ ਆਪਣੇ ਭਰਾਵਾਂ ਨੂੰ ਦਿੰਦੀਆਂ ਨੇ ਨਾ ਉਹ ਦਿੰਦੀਆਂ ਨਹੀਂ ਉਹ ਲਿੱਤਾ ਜਾਂਦਾ ਹੈ ਅੰਗੂਠਾ ਲਵਾ ਲਾ ਵੀ ਤੇਰੇ ਨੂੰ ਸਾਡਾ ਜੀਣ ਨੂੰ ਮਰਨ ਮੁੱਕਣ ਗਿਆ ਸਭ ਕਿਉਂਕਿ ਮੈਂ ਇਹੋ ਜਿਹੇ ਕੇਸਿਸ ਬਹੁਤ ਸਾਰੇ ਡੀਲ ਕਰਦਾ ਯਕੀਨ ਕਰੋ ਕਿ ਭਰਾ ਸਿੱਧੀ ਧਮਕੀ ਦੇ ਦਿੰਦੇ ਨੇ ਉਹ ਇੱਕ ਹੀ ਜੁਮਲਾ ਕਹਿੰਦੇ ਨਹੀਂ ਭਰਾ ਰੱਖ ਲੈ ਜਾਂ ਜਾਇਦਾਦ ਰੱਖ ਲੈ ਅਕਰ ਭਾਈ ਇਹ ਫਿਰ ਸਰਾਸਰ ਗਲਤ ਨੇ ਇਹ ਗਲਤ ਹੈ ਫਿਰ ਕਿਉਂ ਅਗਰ ਜੀ ਭੈਣ ਆਪਣਾ ਹਿੱਸਾ ਮੰਗੇ ਹਾਂ ਉਹਨੂੰ ਕਿਹਾ ਜਾਂਦਾ ਹੈ ਕਿ ਜਾਇਜ਼ ਹਿੱਸਾ ਮੰਗੇ ਜੋ ਅੱਲਾਹ ਸੋਹਣੇ ਨੇ ਅਤਾ ਕੀਤਾ ਹੋਵੇ ਤੇ ਜੋ ਸਾਡਾ ਇਸਲਾਮ ਆਂਦਾ ਹੋਵੇ ਜੋ ਕਾਨੂੰਨ ਆਂਦਾ ਹੋਵੇ ਉਹ ਹਿੱਸਾ ਮੰਗੇ ਹਾਂਜੀ ਆਪ ਹਿੱਸਾ ਲੈਣ ਤੇ ਹਿੱਸਾ ਹੈ ਹਾਂ ਬਿਲਕੁਲ ਭੈਣਾਂ ਹਿੱਸਾ ਲੈਣ ਤੇ ਉਹ ਫਿਰ ਕੋਈ ਹਿੱਸਾ ਇੱਕ ਹੋਰ ਵੀ ਗੱਲ ਹੈ ਨਾ ਉਹ ਭਰਾ ਨੂੰ ਮਾਫ ਕਿਉਂ ਕਰਦੀ ਹੈ ਕਦੀ ਐਸਾ ਸੋਚਿਆ ਇਹ ਭਰਾ ਲੂਲਾ ਲੰਗਰਾ ਹੈ ਜੇ ਆਪਣਾ ਡਬਲ ਲੈ ਕੇ ਉਹਦਾ ਰੱਜ ਨਹੀਂ ਹੋਇਆ ਉਹ ਭੈਣ ਦਾ ਅੱਧਾ ਲੈ ਕੇ ਉਹਦਾ ਕੀ ਰੱਜ ਹੋਏਗਾ ਬੜੀ ਸੋਹਣੀ ਗੱਲ ਉਹਦਾ ਪਿਆਰ ਹੁੰਦਾ ਹੈ ਅਸੀਂ ਕਦੀ ਇਹ ਵੀ ਦੇਖਿਆ ਕਿ ਭਰਾ ਨੇ ਆਪਣਾ ਹਿੱਸਾ ਛੱਡ ਦਿੱਤਾ ਹੋਵੇ ਨਹੀਂ ਚਲੋ ਭੈਣਾਂ ਰੱਖ ਲੈ ਕਦੀ ਵੀ ਜਦੋਂ ਵੀ ਕੁਰਬਾਨੀ ਦਿੰਦੀਆਂ ਭੈਣਾਂ ਕਿਉਂ ਰਹਿ ਜਾਂਦੀਆਂ ਕੁਰਬਾਨੀ ਦੇਣ ਵਾਸਤੇ ਤੇ ਲਿਹਾਜ਼ਾ ਮੇਰਾ ਖਿਆਲ ਹੈ ਕਿ ਕੁਰਬਾਨੀ ਬੰਦ ਹੋ ਜਾਣੀ ਚਾਹੀਦੀ ਭੈਣਾਂ ਦਾ ਹਿੱਸਾ ਹੁਣ ਤੇ ਉਹ ਟਾਈਮ ਹੈ ਕਿ ਖੁਸ਼ੀ ਨਾਲ ਅਸੀਂ ਦਈਏ ਕਿਉਂਕਿ ਉਹਨੂੰ ਕੁਰਾਨ ਨੇ ਵੀ ਦੇ ਦਿੱਤਾ ਹੈ ਸਾਡੇ ਇਸਲਾਮ ਅਸੀਂ ਮੁਸਲਮਾਨ ਆ ਨਾ ਸਾਡੇ ਇਸਲਾਮ ਨੂੰ ਹਿੱਸਾ ਦੇ ਤਾਂ ਸਾਡਾ ਕਾਨੂੰਨ ਵੀ ਦਿੰਦਾ ਹੈ ਹਿੱਸਾ ਦੇਣ ਤੋਂ ਬਾਅਦ ਉਹਦੇ ਨਾਲ ਅੱਛਾ ਤਾਲੁਕ ਰੱਖੀਏ ਇੱਥੇ ਸਾਡੀਆਂ ਭੈਣਾਂ ਇਸ ਗੱਲ ਤੋਂ ਵੀ ਬੜਾ ਡਰਦੀਆਂ ਨੇ ਕਿ ਜੇ ਅਸੀਂ ਹਿੱਸਾ ਮੰਗ ਲਿਆ ਕੱਲ ਨੂੰ ਸਾਡੇ ਪੇਕਿਆਂ ਦੇ ਬੂਹੇ ਬੰਦ ਹੋ ਜਾਣਗੇ ਹਾਂਜੀ ਬੜੇ ਦੁੱਖ ਦੀ ਗੱਲ ਹੈ ਹਾਂਜੀ ਅਕਸਰ ਜ਼ਿਆਦਾਤਰ ਹੁੰਦਾ ਹੀ ਹੈ ਤੇ ਕਿਉਂ ਬੰਦ ਹੋਵੇ ਉਹ ਆਪਣਾ ਹੱਕ ਲੈ ਰਹੀ ਹੈ ਨਾ ਇਹਨਾਂ ਦੀ ਆਪਣੀ ਸ਼ਾਦੀ ਹੋਈ ਹੈ ਆਪਣੀ ਸ਼ਾਦੀ ਹੋਈ ਜੀ ਅਲਹਮਦੁਲਿਲਾ ਮੇਰੇ ਹਿੱਸੇ ਸਹੀ ਵੰਡੇ ਜੇ ਅਖਤਰ ਭਾਈ ਮੈਂ ਕਿਹਾ ਹਿੱਸੇ ਸਹੀ ਵੰਡੇ ਹਾਂ ਹਿੱਸੇ ਹੀ ਵੰਡਣੇ ਜਿੱਥੇ ਤੱਕ ਤੇ ਭੈਣ ਦਾ ਤਾਲੁਕ ਹੈ ਉਹ ਤੇ ਇੱਕ ਅੱਲਾ ਵੱਲੋਂ ਸਿੰਘ ਮੇਰੀ ਸਿਸਟਰ ਹੈ ਨਹੀਂ ਅੱਛਾ ਲੇਕਿਨ ਮੇਰੀ ਅਲਹਮਦੁਲਿਲਾ ਇੱਕ ਬੇਟੀ ਹੈ ਦੋ ਬੇਟੇ ਮੈਂ ਆਪਣੀ ਹਾਲਤ ਤੋਂ ਹੀ ਪੂਰੀ ਤਰ੍ਹਾਂ ਮੈਂ ਆਪਣੇ ਘਰ ਵੀ ਆਪਣੀ ਮਿਸਿਸ ਨੂੰ ਬਲਕਿ ਮੈਂ ਕਹਿ ਰਿਹਾ ਸੀ ਕਿ ਮੇਰੀ ਅੱਲਾਹ ਤਾਲਾ ਜੋ ਵੀ ਜਿੰਨਾ ਵੀ ਦਿੰਦਾ ਹੈ ਨਾ ਆਪਣੀ ਇਨਸ਼ਾਅੱਲਾ ਅੱਲਾਹ ਤਾਲਾ ਨੇ ਜ਼ਿੰਦਗੀ ਰੱਖੀ ਤੇ ਇੱਕ ਐਸੀ ਮਿਸਾਲ ਜ਼ਰੂਰ ਕਾਇਮ ਹੋਣੀ ਚਾਹੀਦੀ ਹੈ ਕਿ ਬੇਟੀ ਕੱਲ ਨੂੰ ਗਿਲਾ ਨਾ ਕਰ ਸਕੇ ਕਿ ਸਾਡਾ ਪਿਓ ਨਾ ਇਨਸਾਫੀ ਕਰੇ ਗੱਲ ਠੀਕ ਹੈ ਤੇ ਕਦੀ ਬੇਗਮ ਨਾਲ ਕੋਈ ਝਗੜਾ ਵੀ ਕਦੀ ਹੋਇਆ ਵੇ ਕਿਸ ਗੱਲ ਤੋਂ ਕਿਸੇ ਵੀ ਗੱਲ ਤੋਂ ਬਸ ਉਹ ਤੇ ਨੋਕ ਟੋਕ ਤੇ ਥੋੜੀ ਬਹੁਤ ਹੁੰਦੀ ਹੈ ਕਿਸ ਕਿਸਮ ਦੀ ਕੋਈ ਅਲਹਮਦੁਲਿਲਾ ਕਦੀ ਐਸਾ ਝਗੜਾ ਨਹੀਂ ਹੋਇਆ ਕਿ ਕਿਸੇ ਤੀਸਰੇ ਬੰਦੇ ਨੂੰ ਆ ਕੇ ਵਿੱਚ ਸੁਲਹ ਕਰਾਣੀ ਪਵੇ ਬਾਕੀ ਘਰ ਦੇ ਵਿੱਚ ਥੋੜਾ ਮੋਟਾ ਮਾਮਲਾ ਕੋਈ ਹੋਵੇ तो खान तो नमक ज्यादा सी नमक ज्यादा सी खाने च तो तू आज बेड की चादर फेर ही है चेंज नहीं की ए लड़ाई अच्छा एक खाने ਦੇ ਜਿਸ ਤਲਕ ਹੈ ਨਾ ਇਹ ਨਹੀਂ ਕਿ ਉਹ ਮੈਂ ਬਣਾ ਲੈਣਾ ਉਹਨਾਂ ਤੇ ਮੈਂ ਟ੍ਰੇਨ ਨਹੀਂ ਆ ਲੇਕਿਨ ਉਹਦੀ ਤਾਰੀਫ ਨਹੀਂ ਕਰ ਰਿਹਾ ਇਹ ਗੱਲ ਹਕੀਕਤ ਹੈ ਕਿ ਬਹੁਤ ਸਾਰੀ ਜਗ੍ਹਾ ਤੋਂ ਮੈਂ ਖਾਣਾ ਖਾਦਾ ਹੈ ਲੇਕਿਨ ਜੋ ਮੈਨੂੰ ਅੱਛਾ ਟੇਸਟ ਆਪਣੀ ਵਾਈਫ ਦੇ ਹੱਥ ਦਾ ਲੱਗਦਾ ਹੈ ਉਹ ਮੈਨੂੰ ਕਦੇ ਕਿਸੇ ਜਗ੍ਹਾ ਨਹੀਂ ਲੱਗਦਾ
ਸਿੱਧਾ ਸਿੱਧਾ ਪਿਆਰ ਦੀਆਂ ਗੱਲਾਂ ਕਹੀ ਜਾਂਦਾ ਜੀ ਆ ਬੰਦਾ। ਨਹੀਂ ਇਹ ਹਕੀਕਤ ਹੈ, ਇਨਸ਼ਾਅੱਲਾ ਤੁਹਾਨੂੰ ਮਦੂ ਕਰਾਂਗੇ ਘਰ, ਤੁਸੀਂ ਆਪ ਮੰਨੋਗੇ ਕਿ ਮੈਂ ਗੱਲ ਠੀਕ ਕੀਤੀ। ਲਓ ਜੀ ਇਨਸ਼ਾਅੱਲਾ ਕਾਨੂੰਨੀ ਚਾਰਾਜੋਈ ਦਾ ਹੱਕ ਭੈਣ ਕਿੰਨੀ ਕੁ ਦੇਰ ਰੱਖਦੀ ਹੈ? ਕੋਈ ਟਾਈਮ ਹੁੰਦਾ ਹੈ ਇਹਦੇ ਵਿੱਚ ਕਾਨੂੰਨ ਦੇ ਵਿੱਚ, ਕਿ ਜਦੋਂ ਮਰਜ਼ੀ ਕਰ ਲਵੇ? ਦੇਖੋ ਨਾ, ਆਮ ਤੌਰ ਤੇ ਇਸ ਤਰ੍ਹਾਂ ਹੁੰਦਾ ਕਿ ਭੈਣਾਂ ਦੀ ਸ਼ਾਦੀ ਹੋ ਜਾਂਦੀ ਤੇ ਜਿਹੜੇ ਪ੍ਰਾਪਰਟੀ ਦੇ ਮਾਮਲਾਤ ਹੁੰਦੇ ਨੇ ਭਰਾਵਾਂ ਦੇ ਹੱਥ ਵਿੱਚ ਰਹਿੰਦੇ ਨੇ। ਭੈਣਾਂ ਆਮ ਤੌਰ ਤੇ ਬਾਖਬਰ ਰਹਿੰਦੀਆਂ ਕਿ ਕੀ ਜ਼ਮੀਨ ਆ ਰਹੀ ਬਾਪ ਦੀ, ਕਿਸ ਤਰ੍ਹਾਂ ਇਹ ਉਹ। ਜਦੋਂ ਵੀ ਭੈਣ ਦੇ ਨੋਲਿਜ 'ਚ ਆ ਜਾਏਗਾ, ਆਮ ਤੌਰ ਤੇ ਅਸੂਲ ਉਹਦੇ 3 ਸਾਲ ਤੋਂ ਬਾਅਦ ਤੱਕ ਉਹ ਕਰ ਸਕਦੀ ਹੈ। ਲੇਕਿਨ ਇਸ ਮਾਮਲੇ ਦੇ ਵਿੱਚ ਇਸ ਐਸੇ ਯਾਨੀ ਕਿ ਜਿਹੜੇ ਵਿਰਾਸਤੀ ਕਵਾਨੀਨ ਨੇ, ਕੋਰਟਸ ਬਹੁਤ ਜ਼ਿਆਦਾ ਰਿਲੈਕਸੇਸ਼ਨ ਦੇ ਦਿੰਦੀਆਂ ਨੇ ਸਾਡੀ ਭੈਣਾਂ ਨੂੰ ਕਿ ਅਸੀਂ ਐਸਾ ਵੀ ਦੇਖਿਆ ਕਿ 50 ਸਾਲ ਬਾਅਦ ਵੀ ਇੰਤਕਾਲ ਟੁੱਟੇ ਨੇ, ਜਿੱਥੇ ਕੋਰਟ ਨੇ ਵੇਖਿਆ ਕਿ 50 ਸਾਲ ਪਹਿਲੇ ਚਾਹੇ ਇੰਤਕਾਲ ਹੋ ਗਏ ਸੀ ਲੇਕਿਨ ਬੇਟੀ ਨੂੰ ਭੈਣ ਨੂੰ ਮਹਿਰੂਮ ਰੱਖਿਆ ਗਿਆ ਸੀ ਜਾਇਦਾਦ ਦੇ ਵਿੱਚੋਂ, ਉਹ 50 ਸਾਲ ਬਾਅਦ ਵੀ ਚਾਹਵੇ ਤੇ ਇੰਤਕਾਲ ਕਰਵਾ ਸਕਦੀ। ਤੇ ਜਿਹੜਾ ਐਸਾ ਭੈਣਾਂ ਨੇ ਕਿ ਜਿਨ੍ਹਾਂ ਨੂੰ ਪਤਾ ਹੀ ਕੋਈ ਨਹੀਂ ਜੀ, ਉਹਨਾਂ ਤੋਂ ਬਾਰ-ਬਾਰ ਹਿੱਸਾ ਲਖਵਾ ਦਿੱਤਾ ਗਿਆ ਵੇ, ਉਹਨਾਂ ਵਿਰਾਸਤ ਵਿੱਚ ਨਾ ਹੀ ਕੋਈ ਨਹੀਂ ਆਇਆ, ਉਹਦੇ ਬਾਰੇ ਕੀ ਕਹੋਗੇ? ਉਹਦੇ ਵਾਸਤੇ ਹੈ ਨਾ ਕਿ ਭੈਣ ਕੱਲ ਨੂੰ ਉਹਦੇ ਕੋਲ 2 ਰੈਮੇਡੀਜ਼ ਅਵੇਲੇਬਲ ਨੇ। ਇੱਕ ਤਾਂ ਹੈ ਕਿ ਸਿਵਲ ਕੋਰਟ ਜਾਏਗੀ, ਉਹ ਜਿਹੜੀ ਇੰਤਕਾਲ ਹੋਏ ਉਸ ਨੂੰ ਕੈਂਸਲ ਕਰਵਾਉਣ ਵਾਸਤੇ ਆਪਣਾ ਕੇਸ ਫਾਈਲ ਕਰੇਗੀ। ਦੂਸਰਾ ਸਾਡੀ ਗਵਰਨਮੈਂਟ ਨੇ ਬੜਾ ਸੋਹਣਾ ਇਕਦਾਮ ਚੁੱਕਿਆ ਹੁਣ, ਉਹ ਹੈ ਕਿ ਪੰਜਾਬ ਦੇ ਵਿੱਚ ਵੀ ਪ੍ਰੋਵਿੰਸ਼ੀਅਲ ਅਬਰਟਸ ਪਰਸਨ ਕਾਇਮ ਕਰ ਦਿੱਤਾ ਗਿਆ। ਇੱਕ ਐਸਾ ਇਦਾਰਾ ਹੈ ਜਿਹਦਾ ਕੰਮ ਸਿਰਫ ਇਹ ਹੈ ਕਿ ਖਵਾਤੀਨ ਉਹਦੇ ਵਿਰਾਸਤੀ ਮਾਮਲਾ ਦੇ ਵਿੱਚ ਉਹਨਾਂ ਦਾ ਹੱਕ ਦਿਲਵਾਉਣਾ ਹੈ। ਤੇ ਉਹ ਪਹਿਲੇ ਫੈਡਰਲ ਲੈਵਲ ਤੇ ਉਹ ਮਸਲਾ ਪ੍ਰੋਵਿੰਸ਼ੀਅਲ ਲੈਵਲ ਤੇ ਵੀ ਆ ਗਿਆ। ਇੱਕ ਤੇ ਉਹ ਵੀ ਮੌਜੂਦ ਹੈ ਹੱਕ, ਦੂਸਰਾ ਉਹ ਸਿਵਲ ਕੋਰਟ ਜਾ ਕੇ ਵੀ ਕੇਸ ਫਾਈਲ ਕਰਕੇ ਵੀ। ਲੇਕਿਨ ਮੇਰਾ ਖਿਆਲ ਹੈ ਕਿ ਇੱਧਰ ਤੱਕ ਨੌਬਤ ਆਉਣੀ ਨਹੀਂ ਚਾਹੀਦੀ, ਭਰਾ ਆਪ ਹੀ ਪਹਿਲੇ ਫਿਕਰ ਕਰ ਲੈਣ, ਬਾਅਦ 'ਚ ਗੁੱਸਾ ਲੱਗਦਾ ਨਾ ਅਦਾਲਤਾਂ ਤੱਕ ਮਾਮਲਾ ਕਿਉਂ ਗਿਆ। ਮੈਂ ਤੇ ਇਹ ਦੇਖਿਆ ਕਿ ਭੈਣ ਬਹੁਤ ਮਜਬੂਰ ਹੋ ਕੇ ਜਾਂਦੀ ਹੈ। ਹਾਂਜੀ, ਹੁਣ ਅਦਾਲਤੇ ਜਾ ਕੇ ਵੇਖੋ ਸਾਡੀ ਭੈਣ ਨੇ ਸਾਡੇ ਕੋਲ ਹਿੱਸਾ ਲਿਆ। ਫਿਰ ਜਿਹੜੇ ਪਿੰਡ ਦੇ ਲੋਕ ਹੁੰਦੇ ਨੇ ਤੇ ਬਾਈ ਅਦਾਲਤੇ ਚੜ ਗਈ ਸੀ, ਅਦਾਲਤੇ ਉਹਨਾਂ ਨੂੰ ਹਕੂਕ ਦੇ ਦਵੋ ਤੋ ਨਾ ਜਿਹੜੀ ਜ਼ਰੂਰਤ ਪਵੇ ਅਦਾਲਤ ਜਾਣ ਦੀ। ਕੁਝ ਅਰਸਾ ਪਹਿਲੇ ਦੇ ਕੇਸ ਸੀ ਮੇਰੇ ਕੋਲ ਜੀ, ਉਹ ਮੈਂ ਕੋਸ਼ਿਸ਼ ਕੀਤੀ ਮਸਾਲਤ ਕਰਾ ਦਿੱਤੀ ਜਾਏ ਉਹਨਾਂ ਅੱਛਾ। ਉਹ ਮਸਾਲਤ ਵਾਸਤੇ ਜਦੋਂ ਦੂਸਰੀ ਪਾਰਟੀ ਨੇ ਕਿ ਭਰਾ ਮੇਰੇ ਕੋਲ ਆਏ ਨਾ, ਉਹਨਾਂ ਨਾਲ ਗੱਲ ਹੋਈ ਤੇ ਉਹ ਭਰਾ ਨੇ ਇੱਕ ਬੜਾ ਨਾਮਨਾਸਬ ਜੁਮਲਾ ਬੋਲਿਆ। ਉਹਨੇ ਕਿ ਜੀ ਸਾਡੇ ਵਿੱਚ ਕਿਹਾ ਜਾਂਦਾ ਹੈ ਕਿ ਕੁੜੀ ਬਗੈਰਤ ਹੋ ਗਈ ਹੈ ਜਿਹੜੇ ਆਪਣਾ ਹਿੱਸਾ ਮੰਗਦੀ ਹੈ। ਅਸਤਗਫਿਰੁੱਲਾਹ, ਅਸਤਗਫਿਰ। ਮੈਂ ਉਹਨਾਂ ਨੂੰ ਮਾਜ਼ਰਤ ਕੀਤੀ ਕਿ ਅਸੀਂ ਗੱਲ ਨਹੀਂ ਕਰ ਸਕਦੇ। ਉਸ ਤੋਂ ਬਾਅਦ ਮੈਂ ਕਈ ਦਿਨਾਂ ਤੱਕ ਮੈਂ ਇੱਕ ਸਵਾਲ ਆਪਣੇ ਜ਼ਿਹਨ 'ਚ ਲੈ ਕੇ ਸੋਚਦਾ ਰਿਹਾ ਕਿ ਉਹ ਜਿਹੜਾ ਆਪਣਾ ਹਿੱਸਾ ਮੰਗਦੀ ਹੈ ਉਹ ਤੇ ਕਿਵੇਂ ਗਲਤ ਹੋ ਗਈ। ਅਸਲ ਤੇ ਉਹ ਗਲਤ ਨੇ ਨਾ ਜਿਹੜਾ ਉਹਦਾ ਹਿੱਸਾ ਖਾ ਗਏ ਨੇ। ਸਾਡੇ ਪੰਜਾਬ ਨੂੰ ਇੰਨੇ ਗੰਦਿਆਂ ਲਫ਼ਜ਼ਾਂ ਦੇ ਨਾਲ ਬੁਲਾਉਂਦੇ ਨੇ। ਸਾਡੀ ਪੰਜਾਬ ਦੀ ਇੱਕ ਰੀਤ ਰਹੀ ਹੈ ਕਿ ਹਾਲਾਂਕਿ ਮੈਨੂੰ ਸਪੋਰਟ ਨਹੀਂ ਕਰਦਾ ਇਸ ਗੱਲ ਨੂੰ, ਲੇਕਿਨ ਕਹਿੰਦੇ ਸੀ ਜੀ ਅਸੀਂ ਆਪਣੀ ਧੀਆਂ ਭੈਣਾਂ ਦੇ ਘਰੋਂ ਪਾਣੀ ਦਾ ਗਲਾਸ ਤੱਕ ਨਹੀਂ ਪੀਂਦੇ। ਹਾਂਜੀ, ਮੇਰਾ ਇੱਕ ਸਵਾਲ ਹੈ ਕਿ ਜਿਹੜੀ ਕੌਮ ਆਪਣੀ ਭੈਣਾਂ ਦੇ ਘਰੋਂ ਪਾਣੀ ਦਾ ਗਲਾਸ ਤੱਕ ਨਹੀਂ ਪੀਂਦੀ ਸੀ, ਉਹਨਾਂ ਦੇ ਹਿੱਸੇ ਕਿਵੇਂ ਖਾ ਜਾਂਦੀ ਹੈ? ਕਰੋੜਾਂ ਦੇ ਹਿੱਸੇ ਖਾ ਜਾਂਦੇ। ਉਦੋਂ ਗੈਰਤ ਕਿੱਥੇ ਜਾਂਦੀ ਹੈ ਸਾਡੀ? ਦੂਸਰਾ ਅਲੀ ਸਾਹਿਬ ਇਹ ਦੱਸੋ ਕਿ ਤੁਹਾਡੀ ਪ੍ਰੈਕਟਿਸ ਵੀ ਚੱਲਦੀ ਹੈ ਜੀ ਜੀ, ਤੇ ਤੁਹਾਡੇ ਕੋਲ ਜ਼ਿਆਦਾਤਰ ਕਿਸ ਕਿਸਮ ਦਾ ਤਬਕਾ ਆਉਂਦਾ ਵੇ ਇਹੋ ਜਿਹੀਆਂ ਸ਼ਿਕਾਇਤਾਂ ਲੈ ਕੇ? ਸਰ ਉਸ ਨੂੰ ਆਂਦਾ ਤਾਂ ਜਿਹੜਾ ਤੋਂ ਯਾਨੀ ਕਿ ਚਾਹੇ ਅਮੀਰ ਗਰੀਬ ਚ ਭੈਣਾਂ ਜਿਹਨੇ ਜੋ ਸਮਝਦੀ ਕਿ ਮੇਰਾ ਹੱਕ ਬਣਦਾ ਹੈ, ਲੇਕਿਨ ਜਦੋਂ ਮੈਂ ਦੂਸਰੇ ਪਾਸੇ ਦੇਖਦਾ ਨਾ ਕਿ ਜਿਹੜੇ ਤਬਕੇ ਦੇ ਵਿੱਚ ਜ਼ਿਆਦਾ ਬਿਮਾਰੀ ਪਾਈ ਜਾ ਰਹੀ ਹੈ, ਉਹਦੇ ਵਿੱਚ ਮੈਂ ਤੇ ਦੇਖਿਆ ਕਿ 90% ਸਾਡੀ ਕੌਮ ਇਸ ਬਿਮਾਰੀ 'ਚ, ਬਲਕਿ ਮਾਜ਼ਰਤ ਦੇ ਨਾਲ ਬਿਮਾਰੀ ਨੂੰ ਡਾਕਾ ਕਵਾਂਗਾ, ਕਿਉਂਕਿ ਮੈਨੂੰ ਪਤਾ ਹੈ ਕਿ ਚੀਜ਼ ਤੁਹਾਡੀ ਪਈ ਜੇ ਮੈਂ ਲੈ ਲਵਾਂਗਾ ਤੁਹਾਡੀ ਮਰਜ਼ੀ ਤੋਂ ਬਗੈਰ ਮੈਂ ਡਾਕਾ ਹੈ। ਬਿਲਕੁਲ। ਤੇ ਜਿੱਥੇ ਇਹ ਉਹ ਡਾਕਾ ਜਿਹੜਾ ਅਸੀਂ ਆਪਣੀ ਭੈਣਾਂ ਦੇ ਹੱਥ ਤੇ ਮਾਰਦੇ ਹਾਂ, ਵਿਰਾਸਤ ਦਾ ਡਾਕਾ, ਇਹ ਵੀ ਡਾਕੂ ਨੇ। ਤੇ ਇਹਦੇ ਵਿੱਚ ਮੈਂ ਦੇਖਿਆ ਕਿ ਕੋਈ ਐ ਨਹੀਂ ਕਿ ਸਿਰਫ ਲਿਬਰਲ ਲੋਕ ਨੇ ਜਾਂ ਦੀਨਦਾਰ ਨੇ, ਐਸੇ ਲੋਕ ਜਿਹੜੇ ਵਜ਼ਾਕਤਾਂ ਦੇ ਹਵਾਲੇ ਨਾਲ ਬਹੁਤ ਦੀਨਦਾਰ ਨੇ, ਜਿਹਨਾਂ ਨੂੰ ਜਾਣਦੇ ਨੇ ਕਿ ਯਾਰ ਦੀਨਦਾਰ ਲੋਕ ਨੇ, ਕੁਰਾਨ ਦਾ ਹਦੀਸ ਦਾ ਇਲਮ ਰੱਖਦੇ ਨੇ, ਹਮੇਸ਼ਾ ਦੀਨ ਦੀਆਂ ਗੱਲਾਂ ਕਰਦੇ ਨੇ, ਲੇਕਿਨ ਯਕੀਨ ਕਰੋ ਕਿ ਭੈਣਾਂ ਦੇ ਹਿੱਸਿਆਂ ਦੇ ਮਾਮਲਾ ਦੇ ਵਿੱਚ ਆ ਕੇ ਡੰਡੀ ਮਾਰ ਗਏ ਨੇ। ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਦੇਣਾ ਨਾ ਪਵੇ, ਜਾਂ ਅਸੀਂ ਜ਼ਮੀਨ ਉਹਨਾਂ ਦੀ 15-20 ਸਾਲ ਪਹਿਲੇ ਵੇਚ ਲਈਏ, ਫਿਰ 15-20 ਸਾਲ ਬਾਅਦ ਜਾ ਕੇ ਅਸੀਂ ਪੁਰਾਣੇ ਰੇਟ ਦਾ ਕੋਈ 2-4 ਲੱਖ ਦੇ ਕੇ ਉਹਦਾ ਮੂੰਹ ਬੰਦ ਕਰਾ ਦਈਏ, ਜਾਂ ਜਿਹੜੀ ਨਾ 80-90 ਲੱਖ ਦੀ ਜ਼ਮੀਨ ਹੈ ਉਹ 5-7-10 ਲੱਖ ਦੇ ਦਈਏ ਭੈਣ ਨੂੰ, ਬਸ 2-4 ਲੱਖ ਦੇ ਕੇ ਉਹਦਾ ਮੂੰਹ ਬੰਦ ਕਰਾ ਦਿੱਤਾ ਜਾਵੇ। ਤੇ ਜਾਂ ਕੁਝ ਇਸ ਤਰ੍ਹਾਂ ਦਾ ਫਾਦਰ ਬੇਟੇ ਨੂੰ ਕਰੋੜਾਂ ਦੇ ਵੀ ਆ ਗਈ, ਧੀ ਨੂੰ ਚੰਦ 2-4 ਲੱਖ 10 ਲੱਖ ਦੇ ਦਿੱਤਾ ਤਾਂ ਕਿ ਅਸੀਂ ਦੀਨਦਾਰ ਵੀ ਰਹਿ ਜਾਈਏ, ਕੱਲ ਨੂੰ ਸਾਨੂੰ ਕੋਈ ਗੱਲ ਕਰਨ ਜੋਗਾ ਵੀ ਨਾ ਰਵੇ ਤੇ ਸਾਨੂੰ ਹਿੱਸਾ ਵੀ ਨਾ ਦੇਣਾ ਪਏ, ਡੰਡੀ ਵੀ ਵੱਜੇ। ਲੋ ਜੀ, ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਵਿਰਾਸਤ ਦੀ ਗੱਲ ਕੀਤੀ, ਜਿਵੇਂ ਮੇਰੇ ਦੋਸਤ ਅਲੀ ਖਲੀਲ ਸਾਹਿਬ ਨੇ ਗੱਲ ਕੀਤੀ ਕਿ ਵਿਰਾਸਤ ਤੇ ਅੱਜ ਲੋਕ ਡਾਕਾ ਮਾਰਦੇ ਪਏ ਨੇ। ਜ਼ਰੂਰਤ ਇਸ ਅਮਰ ਦੀ ਹੈ ਕਿ ਜਿਹੜੇ ਸਾਡੇ ਕਵਾਨੀਨ ਨੇ, ਸਾਡੇ ਮੁਹੱਬਤਾਂ ਵਾਲੇ ਕਵਾਨੀਨ, ਅੱਲਾ ਦੇ ਰਸੂਲ ਸੱਲੱਲਾਹੁ ਅਲੈਹਿ ਵਸੱਲਮ ਦੇ ਬਣਾਏ ਹੋਏ ਸਾਡੇ ਘਰੋਂ ਪਹੁੰਚੇ ਨੇ, ਉਹਨਾਂ ਤੇ ਅਮਲ ਕਰੀਏ। ਜਿਹੜੇ ਪਾਕਿਸਤਾਨ ਦੇ ਕਵਾਨੀਨ ਨੇ ਉਹ ਤੇ ਵੀ ਅਮਲ ਕਰੀਏ, ਤਾਂ ਕਿ ਜਿਸ ਦਾ ਹੱਕ ਹੈ ਹਰ ਜਗ੍ਹਾ ਤੇ ਰਹਿੰਦਿਆਂ ਹੋਇਆ ਉਹ ਬੰਦਾ ਭੈਣਾਂ ਦਾ ਹੱਕ, ਭਰਾਵਾਂ ਦਾ ਹੱਕ, ਪੁੱਤਰਾਂ ਦਾ ਹੱਕ, ਧੀਆਂ ਦਾ ਹੱਕ ਤੇ ਮਾਂ-ਬਾਪ ਦਾ ਹੱਕ, ਅਜ਼ੀਜ਼ੋ ਕਾਰਬ ਦਾ ਹੱਕ ਜਿਹੜਾ ਵੇ ਉਹ ਅਦਾ ਕਰੇ, ਤੇ ਤਾਂ ਕਿ ਮੁਆਸ਼ਰੇ ਨੂੰ ਬਿਹਤਰ ਸਿਮਤ ਤਰਫ ਲੈ ਕੇ ਜਾਇਆ ਜਾਏ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਮੇਜ਼ਬਾਨ ਅਖਤਰ ਰਸੂਲ ਜੰਜਵਾਨ ਨੂੰ ਇਜਾਜ਼ਤ ਦਿਵੋ। ਅੱਲਾ ਨਿਗਹਿਬਾਨ। ਪਾਕਿਸਤਾਨ ਜ਼ਿੰਦਾਬਾਦ।